ਹੈਲੋ एवरीवन ਵੈਲਕਮ ਟੂ ਸਟੱਡੀ ਸ਼ੋਕਤ ਹੀਅਰ ਸਟੱਡੀ ਬਿਕਮਸ ਈਜ਼ੀਅਰ। ਸੋ ਕਾਫੀ ਟਾਈਮ ਤੋਂ ਕਮੈਂਟਸ ਆ ਰਹੇ ਸੀ ਕਿ ਮੈਮ ਤੁਸੀਂ ਇੱਕ ਵੀਡੀਓ ਬਣਾਓ ਜੋ ਕਿ ਕੋਰਟ ਕੇਸ ਦੇ ਨਾਲ ਜੁੜੀ ਹੋਈ ਹੈ 18-20 ਵਾਲੇ ਬੈਚ ਦੇ ਰਿਗਾਰਡਿੰਗ ਇਨਫੋਰਮੇਸ਼ਨ ਦਿਓ, ਕਿਉਂਕਿ ਉਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜਾ ਫਿਰ ਤੋਂ ਗੱਲਾਂ ਹੋ ਰਹੀਆਂ ਨੇ, ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਇੱਕ ਕਲੈਰੀਫਿਕੇਸ਼ਨ ਦਿੰਦੇ ਹੋਏ ਆਪਾਂ ਇੱਕ ਵੀਡੀਓ ਜਿਹੜੀ ਬਣਾ ਰਹੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਜੋ 5 ਨੰਬਰ ਗ੍ਰੈਜੂਏਸ਼ਨ ਦੇ ਲੈ ਕੇ ਜੋ ਲੱਗੇ ਹੋਇਆ ਕੇਸ ਹੈ ਉਸ ਦੇ ਬਾਰੇ ਗੱਲ ਕਰ ਲੈਂਦੇ ਹਾਂ। ਉਸ ਦੇ ਬਾਰੇ ਇੱਕ ਨਵੀਂ ਅਪਡੇਟ ਇਹ ਹੈਗੀ ਹੈ ਜੀ ਕਿ ਇਸਦੀ ਸੁਣਵਾਈ ਤਾਂ ਜਿਹੜੀ ਨੈਕਸਟ ਹੋਣੀ ਹੈ ਜੀ 7 ਜੁਲਾਈ ਨੂੰ ਹੋਣੀ ਹੈ, ਲੇਕਿਨ ਇਸ ਦੇ ਰਿਲੇਟਡ ਇੱਕ ਨਵੀਂ CM ਜਿਹੜੀ ਉਹ ਫਾਈਲ ਹੋ ਚੁੱਕੀ ਹੈ। ਤੁਸੀਂ ਇੱਥੇ CM ਜਿਹੜੀ ਉਹ ਦੇਖ ਸਕਦੇ ਹੋ CM 7719। ਤਾਂ ਇਸ ਨੂੰ ਅਗਰ ਆਪਾਂ ਓਪਨ ਕਰੀਏ, ਇਹ ਜਿਹੜੀ CM ਹੈਗੀ ਹੈ ਜੀ ਅਰਜੈਂਟ ਬੇਸਿਸ ਤੇ ਲਗਾਈ ਗਈ ਹੈ। ਅਗਰ ਆਪਾਂ ਇਹਦੀ ਪਾਰਟੀ ਡਿਟੇਲ ਦੀ ਗੱਲ ਕਰ ਲਈਏ ਤਾਂ ਲਵਪ੍ਰੀਤ ਸਿੰਘ ਐਂਡ ਅਦਰਸ ਹੈ ਵਰਸਿਸ ਸਟੇਟ ਆਫ ਪੰਜਾਬ ਐਂਡ ਅਦਰਸ। ਇਹ ਜਿਹੜਾ ਹੈ ਇਸ ਦਾ ਮੇਨ ਕੇਸ ਜਿਹੜਾ ਹੈ ਜੀ ਉਹ 2690 ਵਾਲਾ ਹੀ ਹੈ। 2690 ਕਹਿ ਲਓ ਰਿਲੇਟਡ ਕੇਸ ਹੈਗਾ ਜੀ, ਉਹ ਹੈਗਾ 2620। ਤਾਂ 2690 2620 5 ਨੰਬਰ ਨੂੰ ਲੈ ਕੇ ਜੋ ਕੇਸ ਲੱਗੇ ਹੋਏ ਨੇ ਉਹਨਾਂ ਦੇ ਰਿਗਾਰਡਿੰਗ ਇੱਕ ਨਵੀਂ CM ਲਗਾਈ ਗਈ ਹੈ। ਅਰਜੈਂਟ ਬੇਸਿਸ ਤੇ CM ਲਗਾਈ ਗਈ ਹੈ, ਹਲੇ ਇਹਦੇ ਵਿੱਚ ਕੋਈ ਨੈਕਸਟ ਡੇਟ ਸੁਣਵਾਈ ਦੀ ਨਹੀਂ ਮਿਲੀ ਹੈ। ਇਹ ਵਾਲਾ ਕੇਸ ਜਾਂ CM ਵੀ ਜਿਹੜੀ ਹੈ ਮੇਨ ਕੇਸ ਦੇ ਨਾਲ ਜੋ 5 ਨੰਬਰ ਦਾ ਗ੍ਰੈਜੂਏਸ਼ਨ ਦਾ ਕੇਸ ਲੱਗਿਆ ਹੋਇਆ ਆਲਰੇਡੀ 2620 ਉਹਦੇ ਵਿੱਚ ਹੀ ਇਸ ਨੂੰ ਅਟੈਚ ਕਰ ਦਿੱਤਾ ਜਾਏਗਾ। ਅਲੱਗ ਤੋਂ ਇਸ ਦੀ ਸੁਣਵਾਈ ਦੀ ਡੇਟ ਨਹੀਂ ਆਏਗੀ। ਅਗਰ ਆਈ ਤਾਂ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਵੀ ਕਰਾਂਗੇ। ਫਿਲਹਾਲ ਕੋਈ ਨਹੀਂ ਹੈ ਇਸ ਦੇ ਵਿੱਚ। ਹੋ ਗਈ ਜੀ 5 ਨੰਬਰ ਵਾਲੇ ਕੇਸ ਦੀ ਗੱਲ, ਜਿਹੜੀ ਜਿਸ ਦੀ ਨੈਕਸਟ ਸੁਣਵਾਈ ਜਿਹੜੀ ਆ ਉਹ ਅਗਲੀ 7 ਜੁਲਾਈ ਨੂੰ ਜਿਹੜੀ ਆ ਉਹ ਹੋਣ ਵਾਲੀ ਹੈ। ਇਸ ਤੋਂ ਇਲਾਵਾ ਹੁਣ 18-20 ਵਾਲੇ ਕੇਸ ਦੀ ਗੱਲ ਕਰ ਲੈਂਦੇ ਜੋ ਕਿ ਸਭ ਤੋਂ ਵੱਧ ਮੁੱਦਾ ਇਸ ਟਾਈਮ ਤੇ ਉੱਠਿਆ ਹੋਇਆ। ਸੋ 18-20 ਵਾਲਾ ਕੇਸ ਬਿਲਕੁਲ ਸਿੰਪਲ ਹੈ। ਰੂਲ ਜਿਹੜੇ ਹੈਗੇ ਆਪਾਂ ਨੂੰ ਉਹ ਦੇਖੋ, ਅਗਰ ਰੂਲ ਸਹੀ ਹੈਗੇ ਨੇ ਤਾਂ ਉਸਦੇ ਮੁਤਾਬਿਕ ਅਗਰ ਤੁਸੀਂ ਰੂਲ ਦੇ ਮੁਤਾਬਿਕ ਤੁਹਾਡੇ ਕੋਲ ਐਲੀਜੀਬਿਲਿਟੀ ਬਣਦੀ ਹੈ ਫਿਰ ਤੁਹਾਨੂੰ ਕੋਈ ਵੀ ਬਾਹਰ ਨਹੀਂ ਕਰ ਸਕਦਾ, ਕਿਉਂਕਿ ਕਿਹਾ ਜਾ ਰਿਹਾ ਕਿ ਜੋ ਕੇਸ ਲਗਾਇਆ ਗਿਆ ਉਸ ਦੇ ਵਿੱਚ 18-20 ਵਾਲੇ ਕੈਂਡੀਡੇਟਸ ਨੂੰ ਬਾਹਰ ਕਰਨ ਲਈ ਕਿਹਾ ਜਾ ਰਿਹਾ ਹੈ। ਅਗਰ ਤੁਹਾਡੇ ਪਾਸ ਕੋਈ ਵੀ ਐਸਾ ਕੈਂਡੀਡੇਟ ਹੈ ਜਿਸ ਦੇ ਵਿੱਚ ਨੋਟੀਫਿਕੇਸ਼ਨ ਦੀ ਲਿਖੀ ਹੋਈ ਯੋਗਤਾਵਾਂ ਹੈਗੀਆਂ ਨੇ ਤਾਂ ਉਹਨਾਂ ਨੂੰ ਫਿਰ ਕੋਈ ਬਾਹਰ ਨਹੀਂ ਕਰ ਸਕਦਾ। ਨੋਟੀਫਿਕੇਸ਼ਨ ਦੇ ਵਿੱਚ ਜੋ ਮੈਂਸ਼ਨ ਯੋਗਤਾਵਾਂ ਨੇ ਉਹ ਜਿਹੜੀ ਹੈ ਉਸ ਬੇਸਿਸ ਤੇ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਭਰਤੀ ਵੀ ਉਸੇ ਬੇਸ ਤੇ ਹੋਏਗੀ। ਰੂਲ ਕੀ ਹੁੰਦਾ, ਕਿਹੜਾ ਕੈਂਡੀਡੇਟ ਐਲੀਜੀਬਲ ਹੁੰਦਾ? ਦੇਖੋ, ਜਦੋਂ ਵੀ ਕੋਈ ਵੀ ਪੋਸਟ ਆਉਂਦੀ ਹੈ, ਚਾਹੇ ਉਹ ETT ਦੀ ਹੋਵੇ ਜਾਂ ਕੋਈ ਹੋਰ ਪੋਸਟ ਹੋਵੇ, ਜਿਹੜੀ ਵੀ ਪੋਸਟ ਹੁੰਦੀ ਹੈ ਉਹਦੇ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ ਅਗਰ ਤੁਹਾਡੇ ਕੋਲ ਉਹਦੇ ਵਿੱਚ ਮੈਂਸ਼ਨ ਯੋਗਤਾਵਾਂ ਲਿਖੀਆਂ ਹੋਈਆਂ ਨੇ ਜੋ ਉਹ ਤੁਹਾਡੇ ਕੋਲ ਹੈਗੀਆਂ ਨੇ ਤਾਂ ਤੁਸੀਂ ਉਸ ਦੇ ਵਿੱਚ ਐਲੀਜੀਬਲ ਹੋ, ਫਿਰ ਤੁਹਾਨੂੰ ਉਸ ਦੇ ਵਿੱਚ ਕੋਈ ਵੀ ਬਾਹਰ ਨਹੀਂ ਕਰ ਸਕਦਾ। ਅਗਰ 6635 ਦੀ ਪੋਸਟ ਦੀ ਆਪਾਂ ਗੱਲ ਕਰ ਲਈਏ, ਇਹਦੇ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ ਅਗਰ ਤੁਹਾਡੇ ਕੋਲ ਤੁਹਾਡੀ ETT ਕੰਪਲੀਟ ਸੀ, ਲਾਈਕ ਤੁਹਾਡੀ ETT ਪਾਸ ਸੀਗੀ ਔਰ ਨਾਲ ਤੁਹਾਡੇ ਪਾਸ PSTET 1 ਦਾ ਵੀ ਪੇਪਰ ਜਿਹੜਾ ਕਲੀਅਰ ਹੈਗਾ ਹੈ ਲਾਸਟ ਡੇਟ ਅਪਲਾਈ ਕਰਨ ਤੋਂ ਪਹਿਲਾਂ ਤਰੀਕ ਤੱਕ, ਤਾਂ ਉਸ ਪੋਸਟ ਦੇ ਵਿੱਚ ਤੁਸੀਂ ਐਲੀਜੀਬਲ ਹੋ। ਇਸ ਦੇ ਰਿਗਾਰਡਿੰਗ ਜੋ ਕੇਸ ਲਗਾਏ ਜਾ ਰਹੇ ਨੇ 18-20 ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ, ਇਹ ਸਾਰਾ ਕੰਮ ਜਿਹੜਾ ਹੈ ਉਹਨਾਂ ਲੋਕਾਂ ਦਾ ਹੈ ਜੋ ਇਹ ਭਰਤੀ ਕਿਸੇ ਵੀ ਹਾਲਤ ਵਿੱਚ ਪੂਰੀ ਨਹੀਂ ਹੋਣ ਦੇਣਾ ਚਾਹੁੰਦੇ ਕਿ ਹੁਣ ਜਿਹੜੀ ਇਹਨਾਂ ਦੀ ਭਰਤੀ ਛੇਤੀ ਤੋਂ ਛੇਤੀ ਹੋਵੇ। ਇਸ ਨਾਲ ਸਿਰਫ ਕੰਮ ਡਿਲੇ ਹੋਏਗਾ। ਹਾਂ, ਕੋਰਟ ਕੇਸ ਚੱਲ ਸਕਦੇ ਆ, ਉਹਨਾਂ ਦੀ ਸੁਣਵਾਈ ਆ ਸਕਦੀ ਹੈ, ਸੁਣਵਾਈ ਦੀਆਂ ਤਰੀਕਾ ਪੈ ਸਕਦੀਆਂ ਨੇ। ਇਹਨਾਂ ਚੀਜ਼ਾਂ ਨਾਲ ਸ਼ਾਇਦ ਥੋੜ੍ਹਾ ਬਹੁਤ ਕੰਮ ਡਿਲੇ ਹੋ ਸਕੇ, ਲੇਕਿਨ ਅਦਰਵਾਈਜ਼ ਡਿਲੇ ਵੀ ਨਹੀਂ ਹੋਣਾ, ਕਿਉਂਕਿ ਐਸੇ ਕੋਰਟ ਕੇਸਿਸ ਪਹਿਲਾਂ ਤਾਂ ਸਰਵਾਈਵ ਹੀ ਨਹੀਂ ਕਰਦੇ। ਅਗਰ ਕਰਨਗੇ ਤਾਂ ਇਹਨਾਂ 'ਤੇ ਸਟੇ ਨਹੀਂ ਲੱਗੇਗੀ ਔਰ ਜਦ ਤੱਕ ਸਟੇ ਨਹੀਂ ਲੱਗੇਗੀ ਤਦ ਤੱਕ ਭਰਤੀ ਪ੍ਰੋਸੈਸ ਚੱਲ ਸਕਦਾ। ਸੋ ਭਰਤੀ ਨੂੰ ਪੂਰਾ ਹੋਣ ਦੇ ਵਿੱਚ ਕੋਈ ਵੀ ਇਸ ਚੀਜ਼ ਦਾ ਨੁਕਸਾਨ ਨਹੀਂ ਹੋਏਗਾ। ਹਾਂ, ਜਦੋਂ ਇਹ ਲੱਗ ਰਹੇ ਨੇ, ਜੋ ਕੋਰਟ ਕੇਸਿਸ ਖੇਡ ਰਹੇ ਨੇ, ਉਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਭਰਤੀ ਪੂਰੀ ਨਾ ਹੋਵੇ, ਕਿਸੇ ਨੂੰ ਵੀ ਆਫਰ ਲੈਟਰ ਨਾ ਮਿਲਣ, ਕੋਈ ਜੋਬ 'ਤੇ ਨਾ ਲੱਗੇ। ਉਹਨਾਂ ਦਾ ਮਕਸਦ ਸਿਰਫ ਇਹ ਹੈ, ਉਹਨਾਂ ਨੂੰ ਜੋਬ ਕੋਈ ਲੱਗ ਰਿਹਾ ਇਸ ਚੀਜ਼ ਜਿਹੜੀ ਉਹਨਾਂ ਦੇ ਹਜ਼ਮ ਘੱਟ ਹੁੰਦੀ ਹੈ। ਸੋ ਤੁਸੀਂ ਟੈਨਸ਼ਨ ਲੈਣ ਦੀ ਲੋੜ ਨਹੀਂ। ਸਾਰੇ 18-20 ਵਾਲੇ ਜੋ ਵੀ ਕੈਂਡੀਡੇਟ ਸੀ ਉਹ ਬਾਰ-ਬਾਰ ਕਮੈਂਟ ਕਰ ਰਹੇ ਸੀ ਕਿ ਮੈਮ ਦੱਸੋ ਅਸੀਂ ਵੈਲਿਡ ਹਾਂ ਜਾਂ ਨਹੀਂ, ਅਸੀਂ ਐਲੀਜੀਬਲ ਹਾਂ ਜਾਂ ਨਹੀਂ, ਕੋਰਟ ਕੇਸ ਚੱਲਣ ਨਾਲ ਸਾਡੀ ਭਰਤੀ ਹੋਰ ਕਿੰਨੀ ਲਟਕੇਗੀ। ਦੇਖੋ, ਹਲੇ ਤੱਕ ਕੋਰਟ ਕੇਸ ਦੇ ਉੱਤੇ ਉਸ ਕੇਸ ਦੇ ਉੱਤੇ ਕੋਈ ਸਟੇ ਨਹੀਂ ਹੈ, ਸੋ ਭਰਤੀ ਲਟਕੇਗੀ ਨਹੀਂ। ਸੋ ਇਹ ਫਾਲਤੂ ਦੇ ਜੋ ਮੁੱਦੇ ਉਠਾਏ ਜਾ ਰਹੇ ਨੇ ਸਿਰਫ ਭਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਆਪਾਂ ਭਰਤੀ ਨੂੰ ਸਿਰਫ ਇੱਕ ਤਰੀਕੇ ਨਾਲ ਬਚਾ ਸਕਦੇ ਹਾਂ ਜੇ ਆਪਾਂ ਏਕਤਾ ਰੱਖਾਂਗੇ। ਆਪਾਂ ਪਹਿਲਾਂ ਇਹ ਵੀ ਕਹਿੰਦੇ ਸੀ ਕਿ ਆਪਾਂ BEd ਨਾਲੋਂ ਵੀ ਅੱਡ ਨਹੀਂ ਹੋਣਾ। BEd ਵੀ ਆਪਣੇ ਹੀ ਜਿਹੜੇ ਕੈਂਡੀਡੇਟਸ ਆ, ਆਪਣੀ ਵੀਰ ਭੈਣਾਂ ਨੇ। BEd ਦਾ ਕੈਂਡੀਡੇਟ ਉਹ ਅਸਲ BEd ਦਾ ਕੈਂਡੀਡੇਟ ਹੈ ਜੋ BEd ਦੀਆਂ ਪੋਸਟਾਂ ਮੰਗ ਰਹੇ, ਯਾਨੀ ਕਿ BEd ਦੀ ਜਿਹੜੀ ਯੂਨੀਅਨ ਹੈ ਜਿਹਦੇ ਲਈ ਮੁਨੀਸ਼ ਫਿਰ ਟੈਂਕੀ ਤੇ ਕਿੰਨੇ ਮਹੀਨੇ ਜਿਹੜਾ ਉਹਨਾਂ ਨੇ ਉੱਥੇ ਸੰਘਰਸ਼ ਕੀਤਾ, ਉਹਨੂੰ BEd ਦੀਆਂ ਪੋਸਟਾਂ ਮੰਗ ਰਹੇ ਸੀ, ਉਹ ਅਸਲੀ BEd ਹੈਗੀ ਹੈ। ਜੋ ਦੂਸਰੇ ਦਾ ਹੱਕ ਖੋਣ ਦੀ ਗੱਲ ਕਰਦੇ ਹੋ ਐਕਚੁਅਲੀ BEd ਨਹੀਂ ਹੈ। ਜਿਹੜੀ ਰੀਅਲ BEd ਹੈ ਉਹ ਵੀ ਆਪਣੀ ਭੈਣ ਭਰਾ ਨੇ, ਆਪਾਂ ਉਹਨਾਂ ਦੇ ਖਿਲਾਫ ਨਹੀਂ ਸਗੋਂ ਉਹਨਾਂ ਦੇ ਨਾਲ ਆ। ਤੇ ਜੋ ਆਪਾਂ ਦੂਸਰੇ ਦੇ ਨਾਲ ਤਾਂ ਆਪਾਂ ਆਪਣੇ ਦੇ ਵਿੱਚ ਫੁੱਟ ਕਿਵੇਂ ਪਾ ਸਕਦੇ ਹਾਂ? ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਆਪਾਂ ਨੂੰ ਮਿਲਣਗੇ ਆਫਰ ਲੈਟਰ। 6635 ਨੂੰ ਵੀ ਮਿਲਣਗੇ, 2364 ਨੂੰ ਵੀ ਮਿਲਣਗੇ। ਲੇਕਿਨ ਅਗਰ ਅਸੀਂ ਇੱਦਾਂ ਹੀ ਲੜਦੇ ਰਹੇ, ਆਪਸ ਦੇ ਵਿੱਚ ਹੀ ਲੜਦੇ ਰਹੇ, ਤਾਂ ਫਿਰ ਨਾ ਕਿਸੇ ਨੂੰ 6635 'ਚ ਮਿਲਣਾ, ਨਾ ਫਿਰ 2364 'ਚ ਮਿਲਣਾ। ਸੋ ਬੈਟਰ ਹੈ ਕਿ ਆਪਾਂ ਨਾ ਲੜੀਏ, ਐਸੇ ਅਫਵਾਹਾਂ ਫੈਲਾਉਣ ਵਾਲੇ ਤੇ ਜਾਂ ਭਰਤੀ ਨੂੰ ਖਰਾਬ ਕਰਨ ਲਈ ਕੋਰਟ ਕੇਸ ਲਗਾਉਣ ਵਾਲਿਆਂ ਦਾ ਸਾਥ ਨਾ ਦਿਓ। ਕੋਰਟ ਕੇਸ ਵੀ ਫੰਡ ਦੇ ਬੇਸਿਸ ਤੇ ਲੜਿਆ ਜਾਂਦਾ ਹੈ। ਭਰਤੀ ਨੂੰ ਰੋਕਣਾ ਚਾਹੁੰਦੇ ਨੇ, ਭਰਤੀ ਨੂੰ ਲਟਕਾਉਣਾ ਚਾਹੁੰਦੇ ਨੇ, ਉਹਨਾਂ ਨੂੰ ਫੰਡ ਨਾ ਪ੍ਰੋਵਾਈਡ ਕੀਤਾ ਜਾਵੇ। ਨਾਲ ਇਹ ਕਿ ਉਹਨਾਂ ਦਾ ਕੋਰਟ ਕੇਸ ਵੀ ਜ਼ਿਆਦਾ ਦੇਰ ਤੱਕ ਫਿਰ ਨਹੀਂ ਚੱਲੇਗਾ। ਲੇਕਿਨ ਜ਼ਰੂਰਤ ਹੈ ਆਪਾਂ ਨੂੰ ਇਕੱਠੇ ਰਹਿਣ ਦੀ, ਏਕਤਾ ਬਣਾ ਕੇ ਰੱਖਣ ਦੀ। ਅਗਰ ਏਕਤਾ ਬਣਾ ਕੇ ਰੱਖਾਂਗੇ ਤਾਂ ਸਭ ਨੂੰ ਸਭ ਕੁਝ ਮਿਲ ਜਾਏਗਾ ਤੇ 2364 ਵੀ ਪੂਰੀ ਹੋ ਜਾਏਗੀ, 6635 ਵੀ ਪੂਰੀ ਹੋ ਜਾਏਗੀ। ਲੇਕਿਨ ਅਗਰ ਆਪਸ ਦੇ ਵਿੱਚ ਆਪਾਂ ਲੜ ਪਏ ਫਿਰ ਕਿਸੇ ਦੇ ਹੱਥ ਕੁਝ ਵੀ ਨਹੀਂ ਲੱਗਣਾ।
हाँ जी, इस तो बाद एक होर इंपॉर्टेंट गल कि आपां नूं सब तो पहला जिवें तुहानूं पता है जी 66-35 दा जिहड़ा प्रोसैस हैगा वो बस हुण शुरू ही होण वाला है, क्योंकि पहलां स्टे टुट्टी, फिर कोर्ट दा ऑर्डर आया, बोर्ड नाल गल कीती गई सी, वो कहंदे सी एक बार कोर्ट दा ऑर्डर आ जाण दो, उस तो बाद लिस्टां जिहड़ियां ने पैणियां शुरू हो जाणगीਆਂ ते प्रोसैस जिहड़ा है शुरू कर दित्ता जाऊगा। सो जिहड़ी चीज़ 2 साल संघर्ष करन तो बाद हुण ईटीटी दे हत्थ दे विच जो चीज़ लग रही है, सब तो पहलां आपां नूं उस चीज़ नूं साਂਭ लेना चाहीदा है। क्यों? क्योंकि 66-35 दे ऑफर लैटर तां हुण जल्दी ही मिल जाणगे, क्योंकि प्रोसैस ऑलरेडी सारा कंप्लीट हो रखिआ है। तां सब तो पहलां तां अपना जिहड़ी पुरजोर कोशिश होनी चाहीदी है अपने सारे काडर दी यूनीਅन दी कि ਆਪਾਂ ਪਹਿਲਾਂ 66-35 ਦੇ ਆਫਰ ਲੈਟਰ ਜਲਦੀ ਤੋਂ ਜਲਦੀ ਜਾਰੀ ਕਰਵਾਈਏ, ਤਾਂ ਕਿ ਜਿਹੜੇ ਈਟੀਟੀ ਦੇ ਕੈਂਡੀਡੇਟਸ ਨੇ ਉਹ ਜੋਬ ਤੇ ਲੱਗਦੇ ਹੋਣ, ਉਹਨਾਂ ਦੇ ਹੱਥ 'ਚ ਆਫਰ ਲੈਟਰ ਆਉਣਗੇ ਤਾਂ ਉਹ ਫਿਰ ਅਗਲਾ 2364 ਦੇ ਲਈ ਜਿਹੜਾ ਕੇਸ ਚੱਲ ਰਿਹਾ ਉੱਥੇ ਲੜਨ ਲਈ ਫੰਡ ਵੀ ਪ੍ਰੋਵਾਈਡ ਕਰਵਾ ਸਕਦੇ ਨੇ, ਤੇ ਜ਼ਿਆਦਾ ਫੰਡ ਦੀ ਸਪੋਰਟ ਦੇ ਨਾਲ ਆਪਾਂ ਹਰ ਇੱਕ ਕੋਰਟ ਕੇਸ ਜਿਹੜਾ ਜਿੱਤ ਸਕਦੇ ਹਾਂ। ਅੱਗੇ ਆਪਾਂ ਸੁਪਰੀਮ ਕੋਰਟ ਦਾ ਵੀ ਜਿਹੜਾ ਕੇਸ ਜਿੱਤਣਾ ਹੈ ਤਾਂ ਉਹਦੇ ਲਈ ਫੰਡ ਦੀ ਜ਼ਰੂਰਤ ਹੈ। ਹੁਣ ਬੇਰੁਜ਼ਗਾਰ ਕੈਂਡੀਡੇਟ ਕਿੰਨੀ ਕੁ ਦੇਰ ਫੰਡ ਦੇਈ ਜਾਏਗਾ, ਉਹਨਾਂ ਲਈ ਵੀ ਔਖਾ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰਤ ਹੈ ਕਿ ਆਪਾਂ 66-35 ਪੂਰੀ ਕਰਵਾ ਕੇ ਕੈਂਡੀਡੇਟ ਦੇ ਹੱਥ ਦੇ ਵਿੱਚ ਆਫਰ ਲੈਟਰ ਦਵਾਈਏ, ਤਾਂ ਕਿ ਉਹ ਫਿਰ ਆਪਣਾ ਫੰਡ ਦਾ ਸਪੋਰਟ ਜਿਹੜਾ ਵੱਧ ਤੋਂ ਵੱਧ ਕਰ ਸਕੇ, ਤੇ ਜਿਸ ਨਾਲ ਆਪਾਂ 2364 ਔਰ ਫਿਰ ਆਪਣਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਉਹ ਵੀ ਜਿਹੜਾ ਉਹ ਹੱਲ ਕਰਵਾ ਸਕੀਏ। ਸੋ ਫੰਡ ਦੀ ਬਹੁਤ ਜ਼ਰੂਰਤ ਹੁੰਦੀ ਹੈ, ਲੇਕਿਨ ਫੰਡ ਕਿੱਥੋਂ ਮਿਲੇਗਾ? ਅਗਰ ਪੋਸਟਾਂ ਮਿਲਣਗੀਆਂ 66-35 ਪੋਸਟ ਪੂਰੀ ਹੋਊਗੀ, ਭਰਤੀ ਪੂਰੀ ਹੋਊਗੀ, ਕੈਂਡੀਡੇਟ ਦੇ ਹੱਥ ਦੇ ਵਿੱਚ ਆਫਰ ਲੈਟਰ ਆਉਣਗੇ, ਉਨੀ ਜਲਦੀ ਬਾਕੀ ਸਾਰੀ ਚੀਜ਼ਾਂ ਵੀ ਪੂਰੀਆਂ ਹੋਣਗੀਆਂ। ਅਗਰ ਇਹ ਚੀਜ਼ ਲਟਕਦੀ ਰਹੀ ਫਿਰ ਬਾਕੀ ਸਾਰੀ ਚੀਜ਼ਾਂ ਵੀ ਲਟਕ ਜਾਣਗੀਆਂ। ਸੋ ਬੈਟਰ ਇਹੀ ਹੈ ਕਿ ਸਭ ਤੋਂ ਪਹਿਲੀ ਕੋਸ਼ਿਸ਼ ਹੁਣ ਆਪਣੀ 66-35 ਦੇ ਵਿੱਚ ਆਫਰ ਲੈਟਰ ਜਿਹੜੇ ਕੈਂਡੀਡੇਟ ਨੂੰ ਦਿਵਾਉਣ ਦੀ ਹੋਣੀ ਚਾਹੀਦੀ। ਸੋ ਇਸ ਤੋਂ ਇਲਾਵਾ ਹੋਰ ਕੋਈ ਮੁੱਦਾ ਨਾ ਉਠਾਈਏ, ਫਾਲਤੂ ਦੇ ਮੁੱਦੇ ਨਾ ਉਠਾਈਏ ਜਿਸ ਦੇ ਨਾਲ ਆਪਣੀ ਸਿਰਫ ਭਰਤੀ ਲਟਕੇਗੀ, ਫਾਇਦਾ ਕਿਸੇ ਨੂੰ ਨਹੀਂ ਹੁੰਦਾ। ਇਹੋ ਜਿਹੇ ਮੁੱਦਿਆਂ ਤੋਂ ਉਠਾਉਣ ਤੋਂ ਵੀ ਬਚੋ। ਅਗਰ ਕੋਈ ਉਠਾ ਰਿਹਾ ਤਾਂ ਉਹਨਾਂ ਨੂੰ ਫੰਡ ਵੀ ਨਾ ਪ੍ਰੋਵਾਈਡ ਕਰੋ, ਉਹਨਾਂ ਦੀ ਸਪੋਰਟ ਨਾ ਕਰੋ। ਸਿੰਪਲ ਜਿਹਾ ਰੂਲ ਹੈ, ਅਗਰ ਲਾਸਟ ਡੇਟ ਅਪਲਾਈ ਕਰਨ ਤੋਂ ਪਹਿਲਾਂ ਤੱਕ ਤੁਹਾਡੀ ਈਟੀਟੀ ਔਰ ਪੀਐਸਟੈਟ 1 ਕਲੀਅਰ ਹੈ, ਤੁਹਾਡੀ ਐਲੀਜੀਬਿਲਟੀ ਬਣਦੀ ਹੈ, ਤਾਂ ਤੁਸੀਂ ਐਲੀਜੀਬਲ ਹੋ, ਤੁਹਾਨੂੰ ਕੋਈ ਬਾਹਰ ਨਹੀਂ ਕਰ ਸਕਦਾ। ਸੋ ਡਰਨ ਦੀ ਲੋੜ ਨਹੀਂ, 18-20 ਐਲੀਜੀਬਲ ਰਹੇਗੀ। ਇਸ ਤੋਂ ਇਲਾਵਾ 18-20 ਵਾਲਿਆਂ ਦਾ ਇੱਕ ਅਲੱਗ ਤੋਂ WhatsApp ਗਰੁੱਪ ਬਣਿਆ ਹੋਇਆ, ਉਹਦੇ ਕੰਟੈਕਟ ਨੰਬਰ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੇ ਤਾਂ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕੋ ਤੇ ਸਾਰੇ ਹੀ ਕੈਂਡੀਡੇਟਸ ਨੂੰ ਸਹੀ ਇਨਫੋਰਮੇਸ਼ਨ ਸਭ ਤੱਕ ਪਹੁੰਚਾ ਸਕੋ, ਔਰ ਇਹ ਫਾਲਤੂ ਦੇ ਜੋ ਕੋਰਟ ਕੇਸ ਲਗਾ ਕੇ ਭਰਤੀ ਨੂੰ ਲਟਕਾਇਆ ਜਾ ਰਿਹਾ ਉਸ ਚੀਜ਼ ਨੂੰ ਆਪਾਂ ਸਾਰੇ ਬਚਾ ਸਕੀਏ ਜਾਂ ਰੋਕ ਸਕੀਏ। ਹਾਂਜੀ, ਦੇਖ ਸਕਦੇ ਹੋ ਇਹ ਹੈਗਾ ਜੀ ਉਹ ਕੋਰਟ ਕੇਸ ਜਿਹੜਾ ਕਿ 18-20 ਵਾਲੇ ਮੁੱਦੇ ਨੂੰ ਲੈ ਕੇ ਲਗਾਇਆ ਗਿਆ। ਤੁਸੀਂ ਦੇਖ ਸਕਦੇ ਹੋ ਅਰਜੈਂਟ ਬੇਸਿਸ ਤੇ ਇਹ ਕੇਸ ਲਗਾਇਆ ਗਿਆ ਸੀ, ਤੇ ਇਸ ਕੇਸ ਦੀ ਜਿਹੜੀ ਪਹਿਲੀ ਸੁਣਵਾਈ, ਇਸ ਕੇਸ ਦੀ ਲਾਸਟ ਜੋ ਸੁਣਵਾਈ ਹੋਈ ਸੀ ਉਹ 7 ਅਪ੍ਰੈਲ 2022 ਨੂੰ ਹੋਈ ਸੀ, ਜਿਸ ਦਾ ਫਾਈਨਲ ਆਰਡਰ ਆ ਚੁੱਕਿਆ ਸੀ। 7 ਅਪ੍ਰੈਲ ਨੂੰ ਹੀ ਫਾਈਨਲ ਆਰਡਰ ਦਿੱਤਾ ਸੀ ਤੇ ਇਹ ਕੇਸ ਜਿਹੜਾ ਡਿਸਪੋਜ਼ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਦੇ ਵਿੱਚ ਡਿਪਾਰਟਮੈਂਟ ਨੂੰ ਜਿਹੜਾ 4 ਹਫ਼ਤਿਆਂ ਦਾ ਟਾਈਮ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਡਿਪਾਰਟਮੈਂਟ ਜਿਹੜਾ ਇਸ ਚੀਜ਼ ਦੇ ਵਿੱਚ ਗੌਰ ਕਰੇ, ਧਿਆਨ ਦੇਵੇ ਤੇ ਜੋ ਵੀ ਰੂਲਸ ਹੈ ਉਸ 'ਚ ਜੋ ਵੀ ਤਰਕ ਹੈਗਾ ਉਸ ਨੂੰ ਮੈਂਸ਼ਨ ਕਰੇ। ਤਾਂ ਇਹ ਚੀਜ਼ ਜਿਹੜੀ ਉਸ ਦੇ ਵਿੱਚ ਕਹੀ ਗਈ ਸੀ। ਤੁਸੀਂ ਆਰਡਰ ਵੀ ਜਿਹੜਾ ਇਸ ਨੂੰ ਦੇਖ ਸਕਦੇ ਹੋ ਡਿਟੇਲ ਦੇ ਵਿੱਚ। ਮੈਂ ਤੁਹਾਨੂੰ ਇਹ ਜਿਹੜਾ ਪੂਰਾ ਆਰਡਰ ਹੈ ਫਾਈਨਲ ਆਇਆ ਸੀਗਾ ਉਹ ਆਪਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ 'ਚ ਪ੍ਰੋਵਾਈਡ ਕਰ ਦਾਂਗੇ। ਤੇ ਇਸ ਦੇ ਵਿੱਚ 7 ਅਪ੍ਰੈਲ ਤੋਂ ਲੈ ਕੇ 4 ਹਫ਼ਤੇ ਦਾ ਟਾਈਮ ਡਿਪਾਰਟਮੈਂਟ ਨੂੰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਨਵੀਂ CM ਜਿਹੜੀ ਉਹ ਲਗਾ ਦਿੱਤੀ ਗਈ ਹੈ। ਇਹ 18-20 ਵਾਲਾ ਕੇਸ ਹੈ, CM 7718। ਇਸ 'ਤੇ ਆਪਾਂ ਕਲਿੱਕ ਕਰਦੇ ਹਾਂ। ਹਾਂਜੀ, ਤੁਸੀਂ ਦੇਖ ਸਕਦੇ ਹੋ ਇਹ CM ਵੀ ਜਿਹੜੀ ਅਰਜੈਂਟ ਬੇਸਿਸ ਤੇ ਲਗਾਈ ਗਈ ਹੈ। ਨੈਕਸਟ ਡੇਟ ਹਲੇ ਇਸ ਦੀ ਨਹੀਂ ਆਈ ਹੈਗੀ। ਸੋ ਪਹਿਲਾਂ 4 ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ, ਲੇਕਿਨ ਉਸ ਦੇ ਵਿੱਚ ਮੈਂਸ਼ਨ ਸੀਗਾ ਕਿ ਅਗਰ ਕੋਰਟ ਨੇ ਕਿਹਾ ਸੀ ਕਿ ਅਗਰ ਡਿਪਾਰਟਮੈਂਟ 4 ਹਫ਼ਤੇ ਦੇ ਅੰਦਰ ਇਸ ਦੇ ਰਿਗਾਰਡਿੰਗ ਕੋਈ ਕਲੀਅਰੈਂਸ ਨਹੀਂ ਦਿੰਦੀ ਤਾਂ ਫਿਰ ਜਿਹੜੇ ਪਟੀਸ਼ਨਰਸ ਨੇ ਉਹ ਆਪਣੀ ਐਪਲੀਕੇਸ਼ਨ ਦੁਬਾਰਾ ਤੋਂ ਸਰਵਾਈਵ ਕਰਵਾ ਸਕਦੇ ਨੇ, ਦੁਬਾਰਾ ਤੋਂ ਜਿਹੜੇ ਇਸ ਕੇਸ ਨੂੰ ਲੈ ਕੇ ਲਗਾ ਸਕਦੇ ਨੇ। ਸੋ 4 ਹਫ਼ਤੇ ਦਾ ਟਾਈਮ ਲੰਘ ਚੁੱਕਿਆ ਜੀ। ਦੁਬਾਰਾ ਤੋਂ CM ਜਿਹੜੀ ਹੈ ਇਹਦੇ ਵਿੱਚ ਲੱਗ ਗਈ ਹੈ 7718। ਲੇਕਿਨ ਮੈਂ ਫਿਰ ਤੁਹਾਨੂੰ ਦੱਸਦਾ ਜੀ ਕੇਸ 18-20 ਵਾਲੇ ਜਿਹੜੇ ਮੁੱਦੇ ਤੇ ਲਗਾਏ ਜਾ ਰਹੇ ਨੇ ਉਹਨਾਂ ਨੂੰ ਬਾਹਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਨੇ ਉਹ ਸਿਰਫ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 18-20 ਵਾਲੇ ਕੈਂਡੀਡੇਟਸ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਡਿਫੈਂਡ ਕਰਨ ਲਈ ਇਸ ਕੇਸ ਦੇ ਵਿੱਚ ਖੁਦ ਆਪਣੀ ਯੂਨੀਅਨ ਜਿਹੜੀ ਉਹ ਡਿਫੈਂਡ ਕਰੇਗੀ। ਬਾਕੀ ਜੋ ਸਟੇਟ ਕਮੇਟੀ ਹੈਗੀ ਹੈ ਜੀ ਉਹ ਸਾਰੀ ਆਪਣੀ ਜਿਹੜੀ ਯੂਨੀਅਨ ਹੈ ਕੇਸ ਨੂੰ ਡਿਫੈਂਡ ਕਰੇਗੀ, ਔਰ ਇਸ ਦੇ ਨਾਲ ਜਿਹੜੇ ਵੀ ਕੈਂਡੀਡੇਟਸ ਦਾ ਹੱਕ ਬਣਦਾ ਹੈ ਪੋਸਟ ਦੇ ਵਿੱਚ ਉਹ ਜ਼ਰੂਰ ਉਹਨਾਂ ਨੂੰ ਮਿਲੇਗਾ, ਉਹ ਉਹਨਾਂ ਤੋਂ ਖੋਇਆ ਨਹੀਂ ਜਾਏਗਾ। ਸੋ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਔਰ ਹਾਂ, ਆਪਣੀ ਭਰਤੀ ਵੀ ਜਿਹੜੀ ਹੈ ਹਲੇ ਇਸ ਚੀਜ਼ ਨਾਲ ਨਹੀਂ ਲਟਕੇਗੀ, ਕਿਉਂਕਿ ਇਹਨਾਂ ਕੇਸਾਂ ਦੇ ਉੱਤੇ ਜਿਹੜਾ ਸਟੇ ਨਹੀਂ ਹੈਗਾ। ਕੇਸਿਸ ਚੱਲਦੇ ਰਹਿੰਦੇ ਨੇ, ਅਗਰ ਸਟੇ ਨਾ ਹੋਵੇ ਤਾਂ ਭਰਤੀ ਜ਼ਰੂਰ ਹੋ ਜਾਂਦੀ ਹੈ। ਪਹਿਲਾਂ ਬੜੀ ਮੁਸ਼ਕਿਲ ਨਾਲ ਆਪਾਂ 66 ਦੇ ਉੱਤੇ ਸਟੇ ਜਿਹੜੀ ਹੈ ਤੁੜਵਾਈ ਹੈ। ਬਸ ਕੋਸ਼ਿਸ਼ ਇਹ ਕਰੋ ਕਿ ਇਹਨਾਂ ਕੋਰਟ ਕੇਸਿਸ ਨੂੰ ਅੱਗੇ ਤੱਕ ਆਪਾਂ ਨਾ ਲੈ ਕੇ ਜਾਈਏ, ਫੰਡ ਨਾ ਪ੍ਰੋਵਾਈਡ ਕਰੀਏ ਜੋ ਇਹਨਾਂ ਕੇਸ ਲਗਾ ਕੇ ਭਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ, ਇੱਕ ਸਲਾਹ ਉਹਨਾਂ ਸਾਰੇ ਕੈਂਡੀਡੇਟਸ ਨੂੰ, ਉਹਨਾਂ ਸਾਰਿਆਂ ਨੂੰ ਜੋ ਕਿ ਇਸ ਤਰ੍ਹਾਂ ਦਾ ਕੇਸ ਜਿਹੜਾ ਭਰਤੀ ਤੇ ਲਗਾ ਕੇ ਭਰਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਡਿਲੇ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਨੂੰ ਮੇਰੇ ਵੱਲੋਂ ਸਿਰਫ ਇੱਕ ਇਹ ਸਲਾਹ ਹੈਗੀ ਹੈ, ਕੋਈ ਵੀ ਐਸਾ ਕੈਂਡੀਡੇਟ ਜਿਸ ਦਾ ਕਿਸੇ ਵੀ ਕਾਰਨ ਇਸ ਦੇ ਵਿੱਚ ਨੰਬਰ ਨਹੀਂ ਆ ਰਿਹਾ ਤੇ ਉਹਨੂੰ ਇੱਦਾਂ ਲੱਗਦਾ ਕਿ ਮੈਂ ਇਸ 'ਤੇ ਕੇਸ ਲਗਾ ਕੇ ਜਾਂ ਇਸ ਨੂੰ ਖਰਾਬ ਕਰਕੇ ਜਾਂ ਡਿਲੇ ਕਰਕੇ ਕਿਸੇ ਲੋਟ ਆਪਣਾ ਨੰਬਰ ਲਿਆਵਾਂ ਇਹਦੇ ਵਿੱਚ ਜਾਂ ਫਿਰ ਇਸ ਭਰਤੀ ਨੂੰ ਹੀ ਖਰਾਬ ਕਰ ਦੇਵਾਂ, ਤਾਂ ਉਹਨਾਂ ਲਈ ਇੱਕ ਸਲਾਹ ਇਹ ਹੈਗੀ ਹੈ ਜਿਹੜਾ ਵੀ ਨੰਬਰ ਆ ਜਾਏਗਾ, ਅਗਰ 66-35 ਔਰ 2364 ਭਰਤੀ ਪੂਰੀ ਹੁੰਦੀ ਹੈ ਤਾਂ ਅੱਗੇ 59-96 ਭਰਤੀ ਦੇਖੋ
ਆ ਰਹੀ ਹੈ, ਲੇਕਿਨ ਅਗਰ ਇਹ ਪੂਰੀਆਂ ਨਹੀਂ ਹੋਣਗੀਆਂ 59-94 ਵੀ ਨਹੀਂ ਆ ਪਾਏਗੀ। ਇੱਦਾਂ ਦੇ ਕੇਸ ਲਗਾ ਕੇ ਭਰਤੀਆਂ ਖਰਾਬ ਕਰਨ ਨਾਲੋਂ ਆਪਣੀ ਤਿਆਰੀ ਪੂਰੀ ਕਰੋ ਤੇ 59-94 ਦੇ ਵਿੱਚ ਜਿਹੜੀ ਅਪਲਾਈ ਕਰੋ, ਤੁਹਾਡਾ ਨੰਬਰ 59-94 ਦੇ ਵਿੱਚ ਜ਼ਰੂਰ ਆਏਗਾ, ਕਿਉਂਕਿ 2364 ਪੂਰੀ ਹੋ ਜਾਣੀ ਹੈ, 6635 ਪੂਰੀ ਹੋ ਜਾਣੀ ਹੈ, ਤਾਂ ਵੈਸੇ ਹੀ ਕੈਂਡੀਡੇਟਸ ਜਿਹੜੇ ਉੱਥੇ ਸਿਲੈਕਟ ਹੋ ਜਾਣਗੇ, ਥੋੜਾ ਕੰਪੀਟੀਸ਼ਨ ਵੀ 59-94 ਲਈ ਘੱਟ ਜਾਏਗਾ। ਸੋ ਬੈਟਰ ਇਹੀ ਹੈ ਕਿ ਇਹਨਾਂ ਭਰਤੀਆਂ ਨੂੰ ਪੂਰਾ ਹੋ ਲੈਣ ਦਿਓ। ਅਗਰ ਤੁਹਾਨੂੰ ਇਹ ਭਰਤੀਆਂ ਪੂਰੀਆਂ ਨਾ ਹੋਣ ਦਿੱਤੀਆਂ ਔਰ 59-94 ਆ ਗਈ ਤਾਂ ਫਿਰ ਸਾਰਾ ਦਾ ਸਾਰਾ ਕਾਡਰ ਦੁਬਾਰਾ 59-94 ਦੇ ਵਿੱਚ ਬੈਠੇਗਾ, ਜਿਹਦੇ ਨਾਲ ਉਹਨਾਂ ਹੀ ਕੈਂਡੀਡੇਟਸ ਨੂੰ ਲੋਸ ਹੋਏਗਾ ਜਿਨ੍ਹਾਂ ਦਾ ਇਸ 'ਚ ਨੰਬਰ ਨਹੀਂ ਆ ਰਿਹਾ, ਫਿਰ ਉਹਨਾਂ ਲਈ ਹੋਰ ਕੰਪੀਟੀਸ਼ਨ ਹਾਰਡ ਹੋ ਜਾਏਗਾ ਅਗਲੀ ਭਰਤੀਆਂ ਦੇ ਵਿੱਚ। ਸੋ ਬੈਟਰ ਇਹੀ ਹੈ ਕਿ ਇਹਨਾਂ ਭਰਤੀਆਂ ਨੂੰ ਵੀ ਪੂਰਾ ਹੋਣ ਦਿਓ ਤੇ ਆਪਣੀ ਪੂਰੀ ਤਿਆਰੀ ਕਰੋ ਕਿ 59-94 ਦੇ ਵਿੱਚ ਕੀ ਗਿਣਤੀ ਦੇ ਵਿੱਚ ਅੱਗੇ ਪੋਸਟਾਂ ਆ ਰਹੀਆਂ ਨੇ ETT ਦੀਆਂ, ਉਹਦੇ ਵਿੱਚ ਉਹਨਾਂ ਦਾ ਨੰਬਰ ਆ ਸਕੇ। ਲੇਕਿਨ ਅਗਰ ਇਸ ਤਰ੍ਹਾਂ ਦੀ ਚੀਜ਼ਾਂ ਕਰਾਂਗੇ ਤਾਂ ਫਿਰ ਕਿਸੇ ਦੇ ਹੱਥ ਕੁਝ ਨਹੀਂ ਲੱਗਣਾ। ਸੋ ਬੈਟਰ ਇਹੀ ਹੈ ਕਿ ਕੋਰਟ ਕੇਸਿਸ ਵੱਲ ਨਾ ਜਾ ਕੇ ਆਪਣੀ ਤਿਆਰੀ ਵੱਲ ਜਾਓ, ਤਾਂ ਕਿ 6635 ਵੀ ਪੂਰੀ ਹੋ ਸਕੇ ਤੇ ਜਿਨ੍ਹਾਂ ਦਾ ਕਿਸੇ ਵੀ ਕਾਰਨ ਨਹੀਂ ਆਇਆ ਜਾਂ ਐਲੀਜੀਬਲ ਨਾ ਹੋਣ ਕਰਕੇ ਨਹੀਂ ਬਣਦਾ ਤਾਂ ਉਹ 59-94 ਦੇ ਵਿੱਚ ਜਿਹੜਾ ਅਪਲਾਈ ਕਰ ਸਕਣ। ਸੋ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਬੰਦ ਕਰੋ, ਕੋਰਟ ਕੇਸਿਸ ਖੇਡਣਾ ਬੰਦ ਕਰੋ। ਲਾਸਟ ਦੇ ਵਿੱਚ ਦੁਬਾਰਾ ਤੋਂ ਮੈਂ ਕਹਿ ਰਹੀ ਹਾਂ 18-20 ਕੈਂਡੀਡੇਟਸ ਜਿਹੜੇ ਐਲੀਜੀਬਲ ਹੈਗੇ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ, ਭਰਤੀ ਹੋਏਗੀ ਔਰ ਐਲੀਜੀਬਲ ਕੈਂਡੀਡੇਟਸ ਨੂੰ ਕਦੀ ਵੀ ਭਰਤੀ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਇਸੇ ਕਿ ਜੀ ਮੇਰੇ ਵਿਚਾਰ 18-20 ਵਾਲੇ ਕੇਸ ਨੂੰ ਲੈ ਕੇ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਸਾਰੇ ਕੈਂਡੀਡੇਟਸ ਤੱਕ ਇਹ ਜਿਹੜੀ ਵੀਡੀਓ ਜ਼ਰੂਰ ਪਹੁੰਚਾਓ, ਕਿਉਂਕਿ ਹਰ ਇੱਕ ਕੈਂਡੀਡੇਟ ਦੇ 18-20 ਵਾਲੇ ਦੇ ਮਨ 'ਚ ਡਰ ਬੈਠਿਆ ਹੋਇਆ ਵੀ ਸ਼ਾਇਦ ਉਹ ਭਰਤੀ ਦੇ ਵਿੱਚ ਪਤਾ ਨਹੀਂ ਇਨਕਲੂਡ ਹੋਣਗੇ ਜਾਂ ਨਹੀਂ, ਜਾਂ ਕੀ ਕੀਤਾ ਜਾਊਗਾ। ਸੋ ਉਹਨਾਂ ਤੱਕ ਇਹ ਆਸ਼ਵਾਸਨ ਜ਼ਰੂਰ ਪਹੁੰਚਣਾ ਚਾਹੀਦਾ ਹੈ ਕਿ ਕੇਸ ਨੂੰ ਡਿਫੈਂਡ ਵੀ ਆਪਣੀ ਯੂਨੀਅਨ ਕਰੇਗੀ ਤੇ ਨਾਲ ਉਹ ਐਲੀਜੀਬਲ ਕੈਂਡੀਡੇਟ ਹੈ, ਐਲੀਜੀਬਲ ਕੈਂਡੀਡੇਟ ਨੂੰ ਕਿਸੇ ਵੀ ਤਰੀਕੇ ਨਾਲ ਭਰਤੀ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ। हाँ, जो एलिजिबल नहीं है वो जरूर भर्ती ਦੇ ਵਿੱਚੋਂ ਬਾਹਰ ਹੋਏਗਾ, ਉਹ ਚਾਹੇ ਫਿਰ ਬੀਐਡ ਵਾਲਾ ਜਾਂ ਕੋਈ ਹੋਰ ਹੈ, ਉਹ ਭਰਤੀ ਦੇ ਵਿੱਚ ਇਨਕਲੂਡ ਨਹੀਂ ਹੋਏਗਾ। ਕਿ ਬੀਐਡ ਦੀ ਗੱਲ ਕਰ ਲਈਏ ਤਾਂ ਜੀ 41 ਕਾਰਡ ਪੋਸਟਾਂ ਆਲਰੇਡੀ ਬੀਐਡ ਦੀਆਂ ਆਈਆਂ ਹੋਈਆਂ ਨੇ ਤੇ ਉਹਨਾਂ ਪੋਸਟਾਂ ਦਾ ਪੇਪਰ ਵੀ ਜਲਦੀ ਹੀ ਸਰਕਾਰ ਜਿਹੜਾ ਲਏਗੀ। ਤੇ ਇਸ ਤੋਂ ਇਲਾਵਾ ਬੀਐਡ ਦੀਆਂ ਪੋਸਟਾਂ ਹੋਰ ਜਿਹੜੀਆਂ ਨੇ ਜਿਵੇਂ ETT ਦੀਆਂ 59-94 ਆ ਰਹੀਆਂ ਨੇ, ਇਸੇ ਤਰ੍ਹਾਂ ਬੀਐਡ ਦੀਆਂ ਪੋਸਟਾਂ ਵੀ ਹੋਰ ਜਿਹੜੀਆਂ ਉਹ ਸਰਕਾਰ ਲੈ ਕੇ ਆਏਗੀ, ਜੋ 26,000 ਪੋਸਟਾਂ ਦੇ ਵਿੱਚ ਇਨਕਲੂਡ ਸੀਗੀਆਂ ਕਿ ਬੀਐਡ ਦੀਆਂ ਪੋਸਟਾਂ ਵੀ ਹੋਰ ਆਉਣਗੀਆਂ। ਸੋ ਬੈਟਰ ਇਹੀ ਹੈ ਕਿ ETT ਦੀ ਭਰਤੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ, ਬੀਐਡ ਦੀ ਭਰਤੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ, ਤਾਂ ਕਿ ਹੋਰ ਨਵੀਆਂ ETT ਤੇ ਬੀਐਡ ਦੀਆਂ ਭਰਤੀਆਂ ਆ ਸਕਣ ਤੇ ਜਿਹੜੇ ਕੈਂਡੀਡੇਟਸ ਰਹਿ ਗਏ ਨੇ ਉਹ ਵੀ ਫਿਰ ਉਹਨਾਂ ਭਰਤੀਆਂ ਦੇ ਵਿੱਚ ਲੱਗ ਸਕਣ। ਆਪਣਾ ਨੁਕਸਾਨ ਕਰਵਾਉਣ ਨਾਲੋਂ ਆਪਾਂ ਸਾਰੀਆਂ ਭਰਤੀਆਂ ਪੂਰੀਆਂ ਕਰਵਾ ਕੇ ਹੋਰ ਭਰਤੀਆਂ ਸਰਕਾਰ ਤੋਂ ਮੰਗਦੇ ਹੋ ਜਾਈਏ। ਇਹ ਸੀਗੇ ਜੀ ਮੇਰੇ ਵਿਚਾਰ। ਸੋ ਇਹ ਸੀਗੀ ਜੀ ਇਨਫੋਰਮੇਸ਼ਨ। ਆਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰ ਲਿਆ ਕਰੋ ਤਾਂ ਕਿ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਨਾਲ ਹੀ ਤੁਸੀਂ ਇਸ ਤਰ੍ਹਾਂ ਦੀ ਅਪਡੇਟ ਲੈਣ ਲਈ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨਾਲ ਜੁੜ ਸਕਦੇ ਹੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।